ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਸਿੱਧਾਂ ਨੂੰ ਨਾਨਕ ਮਤੇ ਤੋਂ ਕੱਢ ਕੇ ਗੁਰੂ ਜੀ ਪੰਜਾਬ ਨੂੰ ਮੁੜਨ ਦੀ ਤਿਆਰੀ ਕਰ ਲਈ। ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਇਲਾਕੇ ਦੇ ਸਿੱਖਾਂ ਨੂੰ ਸੱਦ ਕੇ ਕਿਹਾ, ਇੱਥੇ ਵਿਘਨ ਪਾਉਣ ਵਾਲੇ ਜੋਗੀ ਹੁਣ ਗੁਰੂ ਅਸਥਾਨ ਦੀ ਬੇਅਦਬੀ ਨਹੀਂ ਕਰਨਗੇ। ਇਹ ਨਾਨਕ ਮਤਾ ਹੁਣ ਅਟਲ ਰਹੇਗਾ, ਇਸ ਨੂੰ ਕੋਈ ਮਿਟਾ ਨਹੀਂ ਸਕੇਗਾ। ਇਸ ਪ੍ਰਕਾਰ ਸਭ ਕੁਝ ਠੀਕ ਕਰਕੇ ਅਤੇ ਭਾਈ ਅਲਮਸਤ ਨੂੰ ਧੀਰਜ ਦੇ ਕੇ ਗੁਰੂ ਜੀ ਨਾਨਕ ਮਤੇ ਤੋਂ ਚੱਲ ਕੇ ਸੁਰਸਰੀ ਗੰਗਾ ਨਦੀ ਉੱਤੇ ਪਹੁੰਚ ਗਏ। ਇੱਥੇ ਇਸ਼ਨਾਨ ਪਾਣ ਅਤੇ ਕੁਝ ਵਿਸ਼ਰਾਮ ਕਰਕੇ ਜਮਨਾ ਨਦੀ ਨੂੰ ਪਾਰ ਕਰਕੇ ਥਾਣੇਸਰ ਆ ਗਏ। ਥਾਣੇਸਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਤਥਾ ਗੁਰੂ ਅਮਰਦਾਸ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ। ਕੁਝ ਦਿਨ ਇੱਥੇ ਡੇਰਾ ਕਰਕੇ ਸ਼ਰਧਾਲੂ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਆਪ ਜੀ ਉੱਥੋਂ ਚੱਲ ਕੇ ਡਰੌਲੀ ਭਾਈ ਆਪਣੇ ਪਰਿਵਾਰ ਪਾਸ ਪਹੁੰਚ ਗਏ। ਆਪ ਜੀ ਦੇ ਦਰਸ਼ਨ ਕਰਕੇ ਅਤੇ ਜੋਗੀਆਂ ਉੱਤੇ ਵਿਜੇ ਪ੍ਰਾਪਤ ਕਰਨ ਦੇ ਸਾਰੇ ਹਾਲ ਸੁਣ ਕੇ ਸਾਰੇ ਪਰਿਵਾਰ ਤਥਾ ਸਿੱਖ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ। ਡਰੌਲੀ ਨਿਵਾਸ ਸਮੇਂ ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਕੱਤਕ ਦੀ ਪੂਰਨਮਾਸ਼ੀ ਅੱਧੀ ਰਾਤ ਨੂੰ ਸੰਮਤ 1670 ਵਿੱਚ ਗੁਰੂ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਵਿੱਚ ਬਹੁਤ ਖੁਸ਼ੀਆਂ ਹੋਈਆਂ। ਸਵਾ ਮਹੀਨੇ ਪਿੱਛੋਂ ਗੁਰੂ ਜੀ ਨੇ ਇਸ ਬਾਲਕ ਦਾ ਨਾਮ ਗੁਰਦਿੱਤਾ ਰੱਖਿਆ। ਚੇਤ ਮਹੀਨੇ ਦੇ ਬੀਤਣ ਉਪਰੰਤ ਜਦ ਵਿਸਾਖੀ ਆਈ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚਹੂ ਦਿਸ਼ਾ ਤੋਂ ਸਿੱਖ ਸੇਵਕ ਹੁਮ ਹੁਮਾ ਕੇ ਬਹੁਤ ਅਮੋਲਕ ਭੇਟਾ ਲੈ ਕੇ ਆਏ। ਇੱਕ ਬਹੁਤ ਵੱਡੇ ਸ਼ਮਿਆਨੇ ਹੇਠਾਂ ਗੁਰੂ ਜੀ ਦਾ ਦੀਵਾਨ ਸੱਜਿਆ। ਵਿਸਾਖੀ ਵਾਲਾ ਸਾਰਾ ਦਿਨ ਸੰਗਤਾਂ ਭੇਟਾਂ ਹਾਜ਼ਰ ਕਰਕੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਦੁਆਰਾ ਮਨੋਕਾਮਨਾ ਪੂਰਨ ਕਰਕੇ ਕਿਰਤਾਰਥ ਹੁੰਦੀਆਂ ਰਹੀਆਂ। ਡਰੌਲੀ ਤੋਂ ਇਹ ਰੌਣਕਾਂ ਵੇਖ ਕੇ ਜਦ ਕੁਝ ਸਿੱਖਾਂ ਨੇ ਅੰਮ੍ਰਿਤਸਰ ਆਣ ਕੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਦੀ ਰਾਜੀ ਖੁਸ਼ੀ ਦੱਸੀ ਤਾਂ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਇੱਕ ਸਿੱਖ ਹੱਥ ਚਿੱਠੀ ਭੇਜੀ ਕਿ ਆਪ ਅੰਮ੍ਰਿਤਸਰ ਆਣ ਕੇ ਸੰਗਤਾਂ ਨੂੰ ਦਰਸ਼ਨ ਦਿਓ। ਸੰਗਤਾਂ ਬਹੁਤ ਵੈਰਾਗਵਾਨ ਹਨ। ਇਸ ਦਾ ਉੱਤਰ ਗੁਰੂ ਜੀ ਨੇ ਇਹ ਦਿੱਤਾ ਕਿ ਅਸੀਂ ਛੇਤੀ ਹੀ ਅੰਮ੍ਰਿਤਸਰ ਆ ਰਹੇ ਹਾਂ, ਪਰ ਜਦ ਤੱਕ ਅਸੀਂ ਅੰਮ੍ਰਿਤਸਰ ਨਹੀਂ ਪਹੁੰਚਦੇ ਤਦ ਤੱਕ ਤੁਸੀਂ ਸਾਰੇ ਮਿਲ ਕੇ ਪ੍ਰੇਮ ਨਾਲ ਗੁਰੂ ਸ਼ਬਦ ਪੜ੍ਹਿਆ ਕਰੋ, ਜੋ ਦੋਹਾਂ ਲੋਕਾਂ ਵਿੱਚ ਸਿੱਖ ਦੀ ਰੱਖਿਆ ਕਰਨ ਵਾਲੇ ਹਨ। ਜਦ ਗੁਰੂ ਜੀ ਦੀ ਇਹ ਚਿੱਠੀ ਆਈ ਤਾਂ ਸਭ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਭਾਈ ਬੁੱਢਾ ਜੀ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਸੰਧਿਆ ਸਮੇਂ ਸੰਗਤ ਨੂੰ ਨਾਲ ਲੈ ਕੇ ਅੰਮ੍ਰਿਤ ਸਰੋਵਰ ਦੇ 4 ਚਫੇਰੇ ਬੜੇ ਪ੍ਰੇਮ ਨਾਲ 4 ਘੜੀ ਰਾਤ ਗਈ ਤੱਕ ਸ਼ਬਦ ਬਾਣੀ ਪੜ੍ਹਨੀ ਅਤੇ ਫਿਰ ਸਮਾਪਤੀ ਉਪਰੰਤ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਮਿਹਰਬਾਨ ਗੁਰੂ ਜੀ ਇੱਥੇ ਆਣ ਕੇ ਸੰਗਤਾਂ ਨੂੰ ਦਰਸ਼ਨ ਦਿਓ। ਸੰਗਤਾਂ ਆਪ ਜੀ ਦੇ ਦਰਸ਼ਨ ਵਾਸਤੇ ਤਰਸ ਰਹੀਆਂ ਹਨ। ਬਾਬਾ ਜੀ ਇਸ ਤਰ੍ਹਾਂ ਹੀ ਰੋਜ਼ ਨੇਮ ਨਾਲ ਚੌਂਕੀ ਚਾੜ੍ਹ ਕੇ ਸਮਾਪਤੀ 'ਤੇ ਗੁਰੂ ਜੀ ਅੱਗੇ ਦਰਸ਼ਨ ਦੇਣ ਦੀ ਅਰਦਾਸ ਕਰਦੇ। ਸਿੱਖਾਂ ਦੇ ਮਨ ਦੀ ਸ਼ਰਧਾ ਅਤੇ ਤੀਬਰ ਪ੍ਰੇਮ ਨੂੰ ਵੇਖ ਕੇ ਉਸ ਨੂੰ ਅਨੁਭਵ ਕਰਕੇ ਗੁਰੂ ਜੀ ਡਰੌਲੀ ਤੋਂ ਤਿਆਰ ਕਰਕੇ ਅੰਮ੍ਰਿਤਸਰ ਨੂੰ ਚੱਲ ਪਏ। ਰਸਤੇ ਵਿੱਚ ਪਿੰਡਾਂ ਦੀਆਂ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੁਆਰਾ ਨਿਹਾਲ ਕਰਦੇ ਹੋਏ ਪੜਾਓ ਪੜਾਈ ਤਰਨ ਤਾਰਨ ਪਹੁੰਚ ਗਏ ਅਤੇ ਇੱਕ ਦਿਨ ਇੱਥੇ ਵਿਸ਼ਰਾਮ ਕਰਕੇ ਅੰਮ੍ਰਿਤਸਰ ਨੂੰ ਆਏ। ਅੰਮ੍ਰਿਤਸਰ ਦੀਆਂ ਸੰਗਤਾਂ ਆਪ ਜੀ ਨੂੰ ਅੱਗੋਂ ਲੈਣ ਗਈਆਂ ਅਤੇ ਸ਼ਬਦ ਕੀਰਤਨ ਕਰਦੇ ਹੋਏ ਆਪ ਜੀ ਨੂੰ ਹਰਿਮੰਦਰ ਸਾਹਿਬ ਲੈ ਆਏ। ਗੁਰੂ ਜੀ ਨੇ ਸਾਹਿਬਜ਼ਾਦਾ ਗੁਰਦਿੱਤਾ ਜੀ ਨੂੰ ਮੱਥਾ ਟਿਕਾਇਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ। ਇਸ ਸਮੇਂ ਸਿੱਖ ਸੰਗਤਾਂ ਨੇ ਬੜੀ ਖੁਸ਼ੀ ਮਨਾਈ। ਨਾਨਕ ਮੱਤੇ ਜਾਣ ਲੱਗਿਆਂ ਗੁਰੂ ਜੀ ਨੇ ਜਿਹੜਾ ਆਪਣਾ ਸੈਨਿਕ ਸ਼ਸਤਰ ਆਦਿਕ ਸਮਾਨ ਅਤੇ ਯੋਧੇ ਕਰਤਾਰਪੁਰ ਭੇਜ ਦਿੱਤੇ ਸਨ ਉਹ ਵੀ ਵਾਪਸ ਅੰਮ੍ਰਿਤਸਰ ਮੰਗਵਾ ਲਏ ਅਤੇ ਪੈਂਦੇ ਖਾਂ ਵੀ ਅੰਮ੍ਰਿਤਸਰ ਆ ਗਿਆ। ਅੰਮ੍ਰਿਤਸਰ ਜੀ ਦੇ 2 ਵੇਲੇ ਸਵੇਰ ਸ਼ਾਮ ਦੀਵਾਨ ਸੱਜਦੇ ਅਤੇ ਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ।
ਦੂਰ ਨੇੜੇ ਦੇ ਸਿੱਖ ਸੇਵਕ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਦੇ। ਇੱਕ ਦਿਨ ਆਪ ਜੀ ਦੇ ਇੱਕ ਪ੍ਰੇਮੀ ਸਿੱਖ ਦਰਗਾਹੀ ਭੰਡਾਰੀਆਂ ਨੇ ਬੇਨਤੀ ਕੀਤੀ, ਮਹਾਰਾਜ, ਕਈ ਸਿੱਖ ਗੁਰਬਾਣੀ ਦੇ ਸੰਬੰਧ ਵਿੱਚ ਚਰਚਾ ਕਰਕੇ ਆਪਸ ਵਿੱਚ ਲੜਦੇ ਝਗੜਦੇ ਆਪੋ ਆਪਣੀ ਗੱਲ ਉੱਤੇ ਅੜੇ ਰਹਿੰਦੇ ਹਨ। ਇਸ ਦਾ ਉਪਾਅ ਦੱਸੋ ਜਿਸ ਨਾਲ ਆਪਸ ਵਿੱਚ ਸਿੱਖ ਝਗੜਿਆ ਨਾ ਕਰਨ। ਗੁਰੂ ਜੀ ਨੇ ਕਿਹਾ, ਚਰਚਾ ਭਾਵੇਂ 4 ਪ੍ਰਕਾਰ ਦੀ ਹੁੰਦੀ ਹੈ, ਪਰ ਗੁਰਸਿੱਖਾਂ ਦੇ ਗ੍ਰਹਿਣ ਕਰਨ ਯੋਗ ਦੇ 2 ਪ੍ਰਕਾਰ ਦੀ ਚਰਚਾ ਹੁੰਦੀ ਹੈ। ਪਹਿਲੀ ਵੇਦ ਚਰਚਾ, ਪ੍ਰੇਮ ਭਾਵ ਨਾਲ ਉੱਤਰ ਪ੍ਰਸ਼ਨ ਕਰਕੇ ਇੱਕ ਦੂਜੇ ਦੀ ਤਸੱਲੀ ਕਰਨੀ। ਦੂਜੀ ਹੇਤ ਚਰਚਾ, ਈਰਖਾ ਰਹਿਤ ਹੋ ਕੇ ਪ੍ਰੇਮ ਭਾਵ ਨਾਲ ਖੰਡਨ ਮੰਡਨ ਕਰਕੇ ਇੱਕ ਦੂਜੇ ਦੀ ਤਸੱਲੀ ਕਰਨੀ। ਸਿੱਖਾਂ ਦੇ ਤਿਆਗਣ ਯੋਗ ਇਹ 2 ਪ੍ਰਕਾਰ ਦੀਆਂ ਚਰਚਾ ਹਨ। ਪਹਿਲੀ ਜਲਪ ਚਰਚਾ, ਆਪਣੀ ਗੱਲ ਦੀ ਪੁਸ਼ਟੀ ਵਾਸਤੇ ਦੂਜੇ ਦੀ ਗੱਲ ਨੂੰ ਰੱਦ ਕਰਕੇ ਝਗੜਾ ਕਰਨਾ। ਦੂਜੀ ਵਿਤੰਡਾ ਚਰਚਾ, ਦੂਸਰੇ ਦਾ ਪੱਖ ਖੰਡਨ ਕਰਨ ਕਰਕੇ ਛਲ ਕਪਟ ਅਤੇ ਝੂਠ ਦਾ ਸਹਾਰਾ ਲੈ ਕੇ ਆਪਣੇ ਪੱਖ ਨੂੰ ਸਿੱਧ ਕਰਨ ਦਾ ਯਤਨ ਕਰਨਾ। ਗੁਰੂ ਦੇ ਸਿੱਖ ਨੂੰ ਕਿਸੇ ਦਾ ਮਨ ਨਹੀਂ ਦੁਖਾਉਣਾ ਚਾਹੀਦਾ, ਸਭ ਦੇ ਮਨ ਵਿੱਚ ਖੁਸ਼ੀ ਪੈਦਾ ਕਰਨੀ ਚਾਹੀਦੀ ਹੈ। ਇੱਕ ਦਿਨ ਗੁਰੂ ਜੀ ਪਾਸ ਇੱਕ ਸਿੱਖ ਜਮਾਲ ਨਾਮ ਦਾ ਆਇਆ। ਉਸਨੇ ਮੱਥਾ ਟੇਕ ਕੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਆਪਣਾ ਸਿੱਖ ਬਣਾ ਲਵੋ ਅਤੇ ਉਪਦੇਸ਼ ਬਖਸ਼ੋ ਜਿਸ ਨਾਲ ਸੁਖ ਦੀ ਪ੍ਰਾਪਤੀ ਹੋਵੇ। ਗੁਰੂ ਜੀ ਨੇ ਕਿਹਾ, ਤੂੰ ਗੁਰਬਾਣੀ ਪੜ੍ਹ ਕੇ ਸੁਣ ਕੇ ਉਸ ਦੀ ਵਿਚਾਰ ਕਰ ਅਤੇ ਉਸ ਵਿਚਾਰ ਨੂੰ ਪ੍ਰੇਮ ਨਾਲ ਮਨ ਵਿੱਚ ਧਾਰਨ ਕਰਕੇ ਉਸ ਉੱਤੇ ਅਮਲ ਕਰਿਆ ਕਰ। ਤੈਨੂੰ ਸੁਖ ਪ੍ਰਾਪਤ ਹੋਵੇਗਾ ਅਤੇ ਕਲਿਆਣ ਹੋ ਜਾਵੇਗਾ। ਹੋਰ ਸੁਣੋ, ਸਾਡੇ ਸਰੀਰ 5 ਤੱਤਾਂ ਦੇ ਬਣੇ ਹੋਏ ਹਨ, ਕੋਈ ਵੱਧ ਘੱਟ ਨਹੀਂ ਹੈ, ਸਭ ਇੱਕ ਸਮਾਨ ਹਨ। ਚੇਤਨ ਵੀ ਸਭ ਵਿੱਚ ਇੱਕ ਸਮਾਨ ਭੇਦ ਰਹਿਤ ਹੈ। ਫਿਰ ਜਮਾਲ ਨੇ ਕਿਹਾ, ਮਹਾਰਾਜ, ਜੇ ਸਭ ਵਿੱਚ ਇੱਕ ਹੀ ਚੇਤਨ ਹੈ ਤਾਂ ਫਿਰ ਇੱਕ ਦੇ ਖਾਣ ਨਾਲ ਸਾਰੇ ਤ੍ਰਿਪਤ ਕਿਉਂ ਨਹੀਂ ਹੋ ਜਾਂਦੇ ਅਤੇ ਇੱਕ ਨੂੰ ਗਿਆਨ ਹੋ ਜਾਣ ਨਾਲ ਸਾਰਿਆਂ ਨੂੰ ਕਿਉਂ ਨਹੀਂ ਹੋ ਜਾਂਦਾ। ਗੁਰੂ ਜੀ ਨੇ ਕਿਹਾ, ਜਿਤਨੇ ਵੀ ਘਟ ਅਤੇ ਮੱਠ ਵੇਖਦੇ ਹੋ, ਸਭ ਵਿੱਚ ਇੱਕ ਹੀ ਆਕਾਸ਼ ਦਿਸਦਾ ਹੈ, ਪਰ ਜਦ ਕਿਸੇ ਇੱਕ ਘੜੇ ਵਿੱਚ ਕੋਈ ਹੋਰ ਚੀਜ਼ ਪਾ ਦਿੱਤੀ ਜਾਂਦੀ ਹੈ ਤਾਂ ਉਸ ਵਿੱਚੋਂ ਆਕਾਸ਼ ਦਿਸਣੋਂ ਹਟ ਜਾਂਦਾ ਹੈ ਅਤੇ ਦੂਸਰਿਆਂ ਵਿੱਚੋਂ ਜਿਉਂ ਦਾ ਤਿਉਂ ਦਿਸਦਾ ਰਹਿੰਦਾ ਹੈ। ਫਿਰ ਵੇਖੋ, ਆਕਾਸ਼ ਰੂਪੀ ਅੰਧੇਰਾ ਸਭ ਕੋਠਿਆਂ ਅਤੇ ਅਸਥਾਨਾਂ ਵਿੱਚ ਹੁੰਦਾ ਹੈ, ਪਰ ਜਿਸ ਕੋਠੇ ਅਥਵਾ ਅਸਥਾਨ ਵਿੱਚ ਦੀਵਾ ਬਾਲਿਆ ਜਾਵੇ, ਚਾਨਣਾ ਉਸ ਵਿੱਚ ਹੀ ਹੁੰਦਾ ਹੈ, ਦੂਜਿਆਂ ਵਿੱਚ ਹਨੇਰਾ ਹੀ ਰਹਿੰਦਾ ਹੈ। ਤਿਵੇਂ ਹੀ ਇੱਕ ਭੋਜਨ ਦੇ ਖਾਣ ਨਾਲ ਸਾਰਿਆਂ ਦੀ ਚੇਤਨਾ ਤ੍ਰਿਪਤੀ ਨਹੀਂ ਹੋ ਸਕਦੀ ਅਤੇ ਇੱਕ ਨੂੰ ਗਿਆਨ ਹੋਣ ਕਰਕੇ ਦੂਜਿਆਂ ਨੂੰ ਗਿਆਨ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤਾਰਿਆਂ ਦਾ ਪ੍ਰਤੀਬਿੰਬ ਯਾਨੀ ਕਿ ਪਰਛਾਵਾਂ ਸਾਰੇ ਜਲਾਂ ਵਿੱਚ ਭਾਸਦਾ ਹੈ ਪਰ ਹੁੰਦਾ ਸਭ ਤੋਂ ਨਿਆਰਾ ਹੈ, ਇਸ ਤਰ੍ਹਾਂ ਹੀ ਨਿਰਗੁਣ ਬ੍ਰਹਮ ਸਭ ਵਿੱਚ ਹੁੰਦਾ ਹੋਇਆ ਵੀ ਨਿਆਰਾ ਹੈ। ਜੋ ਇਸ ਗੱਲ ਨੂੰ ਸਮਝ ਲੈਂਦਾ ਹੈ ਉਹ ਬੁੱਧੀਮਾਨ ਹੈ। ਇਹ ਬਚਨ ਸੁਣ ਕੇ ਜਮਾਲ ਨੇ ਸਿੱਖੀ ਧਾਰਨ ਕਰ ਲਈ ਅਤੇ ਪ੍ਰੇਮ ਨਾਲ ਸਿੱਖੀ ਦੀ ਕਮਾਈ ਕਰਨ ਲੱਗਾ। ਇਸ ਤਰ੍ਹਾਂ ਹੀ ਇੱਕ ਦਿਨ ਗੁਰੂ ਜੀ ਪਾਸ ਕੁੱਕੋ, ਵਧਾਵਨ ਅਤੇ ਅਨੰਤਾ ਆਏ। ਬੇਨਤੀ ਕੀਤੀ, ਮਹਾਰਾਜ, ਗੁਰੂ ਨਾਨਕ ਜੀ ਨੇ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਸ਼ਾਦ ਕਿਉਂ ਅੰਗੀਕਾਰ ਕੀਤਾ ਹੈ? ਹੋਰ ਕਿਸੇ ਮਠਿਆਈ ਜਾਂ ਭੋਜਨ ਨੂੰ ਸਵੀਕਾਰ ਕਿਉਂ ਨਹੀਂ ਕੀਤਾ? ਗੁਰੂ ਜੀ ਨੇ ਕਿਹਾ, ਜਿਸ ਤਰ੍ਹਾਂ ਅਵਤਾਰਾਂ ਵਿੱਚੋਂ ਗੁਰੂ ਅਵਤਾਰ ਉੱਤਮ ਹੈ, ਤਿਵੇਂ ਹੀ ਭੋਜਨਾਂ ਵਿੱਚੋਂ ਕੜਾਹ ਪ੍ਰਸ਼ਾਦ ਉੱਤਮ ਹੈ ਅਤੇ ਸਤਨਾਮ ਦਾ ਉਪਦੇਸ਼ ਸਾਰੇ ਉਪਦੇਸ਼ਾਂ ਤੋਂ ਸ੍ਰੇਸ਼ਟ ਹੈ। ਇੱਕ ਦਿਨ ਗੁਰੂ ਜੀ ਨੂੰ ਨਿਵੱਲਾ ਅਤੇ ਨਿਹਾਲੂ ਨੇ ਪੁੱਛਿਆ, ਮਹਾਰਾਜ, ਸਾਡਾ ਉਧਾਰ ਕਿਸ ਤਰ੍ਹਾਂ ਹੋਵੇਗਾ? ਸਾਨੂੰ ਉਪਦੇਸ਼ ਦਿਓ। ਗੁਰੂ ਜੀ ਨੇ ਕਿਹਾ, ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੁੰਦੀ ਹੈ ਪਰ ਯਤਨ ਤੋਂ ਬਿਨਾਂ ਪ੍ਰਗਟ ਨਹੀਂ ਹੁੰਦੀ, ਫਿਰ ਜਿਵੇਂ ਦੁੱਧ ਵਿੱਚ ਘਿਓ ਹੁੰਦਾ ਹੈ ਪਰ ਦੁੱਧ ਨੂੰ ਰਿੜਕਣ ਤੋਂ ਬਿਨਾਂ ਉਸ ਵਿੱਚੋਂ ਘਿਓ ਨਹੀਂ ਨਿਕਲਦਾ, ਇਸੇ ਤਰ੍ਹਾਂ ਹੀ ਸਤਿਗੁਰ ਜੀ ਦੇ ਸ਼ਬਦ ਉਪਦੇਸ਼ ਵਿੱਚ ਆਤਮ ਗਿਆਨ ਵਸਦਾ ਹੈ, ਪਰ ਜਦ ਤੱਕ ਗੁਰੂ ਉਪਦੇਸ਼ ਨੂੰ ਮਨ ਵਿੱਚ ਨਾ ਵਸਾਇਆ ਜਾਏ ਤਦ ਤੱਕ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਜੀ ਦੇ ਇਹ ਬਚਨ ਸੁਣ ਕੇ ਦੋਹਾਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਮਨ ਵਿੱਚ ਧਾਰਨ ਕਰ ਲਿਆ।
ਇਸ ਤਰ੍ਹਾਂ ਹੀ ਹੋਰ ਬੇਅੰਤ ਸਿੱਖ ਗੁਰੂ ਜੀ ਪਾਸ ਦਰਸ਼ਨ ਕਰਨ ਆਉਂਦੇ ਅਤੇ ਗੁਰੂ ਜੀ ਤੋਂ ਸਤਨਾਮ ਦੀ ਮਹਿਮਾ, ਧਰਮ ਦੀ ਕਮਾਈ ਅਤੇ ਮਹਾਨਤਾ, ਸਤਸੰਗਤ ਕਰਨਾ ਅਤੇ ਜਪ ਤਪ ਤੀਰਥ ਆਦਿ ਦੇ ਸੰਬੰਧ ਵਿੱਚ ਉਪਦੇਸ਼ ਗ੍ਰਹਿਣ ਕਰਕੇ ਆਪਣਾ ਜੀਵਨ ਸਫਲਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।